देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। अज जिहड़े मुद्दे चर्चा दे विच लवांगे मैं उन्होंने ब्रीफ दे विच दस दियां। सब तो पहला कैप्टन अमरिंदर सिंह दे खेमे और नवजोत सिंह सिद्धू दे दरम्यान तलवारां खिंचियां जा चुकियां ने। दूजा मुद्दा वड्डे सिख वकील एच.एस. फूलका एक सवाल उठाउंदे ने कि SIT जिन्हें बैबल कलां और कोटकपूरा मामलिਆਂ ਦੀ ਜਾਂਚ ਕਰਨੀ ਸੀ, ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਕੇ ਬਾਕੀ ਲੋਕਾਂ ਨੇ ਹਾਈ ਕੋਰਟ ਵਿੱਚ ਐਫੀਡੇਵਿਟ ਕਿਉਂ ਨਹੀਂ ਦਿੱਤੇ? ਉਹਨਾਂ ਨੇ ਜਾਂਚ ਵਿੱਚ ਆਪਣੇ ਆਪ ਨੂੰ ਸ਼ਾਮਲ ਕਿਉਂ ਨਹੀਂ ਰੱਖਿਆ? ਉਹ ਬਾਹਰ ਕਿਉਂ ਆਏ? ਇਹਦੀ ਪੰਜਾਬ ਸਰਕਾਰ ਵਿਜੀਲੈਂਸ ਕਮਿਸ਼ਨ ਕੋਲੋਂ ਜਾਂਚ ਕਰਵਾਵੇ। ਜਾਇਜ਼ ਮੁੱਦਾ ਹੈ, ਲੇਕਿਨ ਇਹਦੇ ਕੁਝ ਤਕਨੀਕੀ ਪਹਿਲੂ ਅੱਜ ਨਾਲ ਤੇ ਗੱਲ ਕਰਾਂਗੇ। ਤੀਜਾ ਪਹਿਲੂ, ਜਦੋਂ ਪੰਥਕ ਏਜੰਡੇ ਤੇ ਸਲੋਲੀ ਅੱਗੇ ਵਧਣ ਵਾਲੇ, ਹੌਲੀ ਹੌਲੀ ਗਾਂਹ ਪੈਰ ਕਦਮ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਮਾਮਲਿਆਂ 'ਚ ਫਸੇ ਹੋਏ ਨੇ, ਉਸੇ ਵੇਲੇ ਇੱਕ ਹੋਰ ਮਾਮਲਾ ਫਸਦਾ ਜਾ ਰਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਤਾਂ ਐਨ ਸਮੇਂ ਸਿਰ ਹੋ ਰਹੀਆਂ, ਭਾਵੇਂ ਕਰੋਨਾ ਦਾ ਕਿੰਨਾ ਵੀ ਪਸਾਰਾ ਆ 25 ਨੂੰ ਵੋਟਾਂ ਪੈਣੀਆਂ। ਲੇਕਿਨ ਗ੍ਰਹਿ ਮੰਤਰਾਲੇ ਵੱਲੋਂ ਦੇਰ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਕੇ ਚੋਣਾਂ ਕਰਵਾਉਣ ਵਾਲੇ ਚੋਣ ਕਮਿਸ਼ਨਰ, ਗੁਰਦੁਆਰਾ ਚੋਣ ਕਮਿਸ਼ਨਰ ਜਿਹੜੇ ਜੱਜ ਨੇ SS ਸਾਰੋਂ, ਉਹਨਾਂ ਦੀ ਨਿਯੁਕਤੀ ਕਰਤੀ ਗਈ। ਲੇਕਿਨ ਕੈਪਟਨ ਸਾਹਿਬ ਇੱਕ ਕਮਰਾ ਜਾਂ ਦਫ਼ਤਰ ਜਾਂ ਸਟਾਫ ਮੁਹੱਈਆ ਕਰਾਉਣ 'ਚ ਅਸਫਲ ਹੋਏ ਹੁਣ ਤੱਕ। ਇੰਜ ਨਾ ਹੋਵੇ ਕਿ ਜਸਟਿਸ ਸਾਰੋਂ ਨਿਰਾਸ਼ਾ ਦੇ ਆਲਮ 'ਚ ਜਾ ਕੇ ਇੱਕ ਹੋਰ ਨਵਾਂ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਖੜਾ ਹੋ ਜੇ ਔਰ ਪੰਥਕ ਸਫਾਂ 'ਚ ਸਿੱਖ ਹਲਕਿਆਂ 'ਚ ਇਹ ਵੀ ਦੋਸ਼ ਆ ਜੇ ਕਿ ਇਹ ਜਾਣ ਬੁੱਝ ਕੇ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦੇ ਸ਼੍ਰੋਮਣੀ ਕਮੇਟੀ ਦੀ। ਇਹੀ ਦੋਸ਼ ਪਹਿਲਾਂ ਬਾਦਲਕਿਆਂ ਤੇ ਲੱਗਦੇ ਰਹੇ ਆ ਕਿ ਉਹ ਆਪਣੀ ਸਹੂਲਤ ਅਨੁਸਾਰ ਸਮਾਂ ਵੇਖ ਕੇ ਜਦੋਂ ਉਹ ਜਿੱਤ ਸਕਦੇ ਹੁੰਦੇ ਆ ਉਦੋਂ ਹੀ ਚੋਣ ਕਰਾਉਂਦੇ ਜਦੋਂ ਉਹ ਸਰਕਾਰ 'ਚ ਰਹੇ। ਫਿਰ ਕੈਪਟਨ ਅਮਰਿੰਦਰ ਸਿੰਘ ਤੇ ਆਊਗਾ ਕਿ ਤੁਸੀਂ ਤਾਂ ਇਲੈਕਸ਼ਨ ਲੜਨੀ ਨਹੀਂ ਸੀ, ਕਿਹਨੂੰ ਫਾਇਦਾ ਪਹੁੰਚਾਉਣ ਲਈ ਤੁਸੀਂ ਇਲੈਕਸ਼ਨ ਡਿਲੇ ਕਰਾਈ ਜਾਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਲੋੜੀਂਦੀਆਂ ਜਿਹੜੀਆਂ ਫੈਸਿਲਿਟੀਜ਼ ਮੁਹੱਈਆ ਨਹੀਂ ਕਰਾਈਆਂ? ਇਹ ਤਿੰਨ ਸਵਾਲ ਆ। ਹੁਣ ਸਰਦਾਰ ਸਾਹਿਬ ਨਾਲ ਗੱਲ ਚੱਲਦੇ ਆ। ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਪੰਜਾਬ ਸਰਕਾਰ 'ਚ ਤੇ ਕਾਂਗਰਸ ਦੇ ਵਿੱਚ ਘਮਾਸਾਨ ਮਚਿਆ। ਬਿਲਕੁਲ। ਇਸ ਘਮਸਾਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਹਰ ਦਿਨ ਨਵਾਂ ਹਮਲਾ ਕਰ ਰਹੇ, ਕਦੇ ਟਵੀਟ ਕਰਕੇ, ਕਦੇ ਫੇਸਬੁੱਕ YouTube ਤੇ ਪੋਸਟ ਪਬਲਿਸ਼ ਕਰਕੇ, ਵੀਡੀਓ ਜਾਰੀ ਕਰਕੇ, ਪ੍ਰੈਸ ਕਾਨਫਰੰਸ ਕਰਕੇ, ਕਦੇ ਉਹਨਾਂ ਦੇ ਵਾਈਫ 117 ਹਲਕਿਆਂ ਦੇ ਵਿੱਚ ਜਾਟ ਮਹਾਸਭਾ ਦੇ ਮੰਚ ਤੋਂ ਨਵੇਂ ਲੋਕਾਂ ਨੂੰ ਖੜੇ ਕਰਨ ਦੇ ਨਜ਼ਰੀਏ ਤੋਂ। ਕੈਪਟਨ ਸਰਕਾਰ ਦੇ ਅੰਦਰਲੇ ਸੂਤਰ ਦੱਸਦੇ ਆ ਕਿ ਅੰਦਰ ਇਹ ਚਰਚਾ ਚੱਲਦੀ ਆ ਕਿ ਕਿੰਨੀ ਦੇਰ ਸਹੋਗੇ। ਇਹ ਸਵਾਲ ਵੱਡਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਇਸ ਐਟੀਟਿਊਡ ਨਾਲ, ਜਿਹਦੇ ਵਿੱਚ ਉਹ ਪੰਜਾਬ ਦੇ ਹੋ ਕੇ ਚੱਲਣਾ ਦਿਖਾਉਣਾ ਚਾਹੁੰਦੇ ਆ, ਕੀ ਉਹ ਕਾਂਗਰਸ ਦੇ ਵਿੱਚ ਚੱਲ ਸਕਣਗੇ? ਕਿ ਸਿੱਧੂ ਜਦੋਂ ਪੂਰੇ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦੇ ਤੇ ਉਹ ਇਕੱਲੇ ਕੈਪਟਨ ਨਹੀਂ, ਉਹਨਾਂ ਦੇ ਨਾਲ 15-16 ਮੰਤਰੀ ਵੀ ਕਟਹਿਰੇ 'ਚ ਹੁੰਦੇ। ਬਿਲਕੁਲ ਸਹੀ ਗੱਲ। ਸਾਰਾ ਤਾਣਾ ਬਾਣਾ ਪੂਰੀ ਕਾਂਗਰਸ, ਸਾਰਾ ਜਿਹੜਾ ਸੂਬਾ ਆ, ਸਾਰੀ ਜਿਹੜੀ ਮੈਨੇਜਮੈਂਟ ਆ, ਉਹ ਆਖਰ ਤੇ ਮੰਤਰੀ ਮੰਡਲ ਦੇ ਉੱਤੇ ਖੜੀ ਹੈ ਨਾ। ਜੇ ਸਿੱਧੂ ਦੇ ਨਿਸ਼ਾਨੇ ਤੇ ਪੂਰੇ ਦੇ ਪੂਰੇ ਲੋਕ ਨੇ ਇਹ ਕੈਪਟਨ ਖੇਮਾ, ਕਿਉਂਕਿ ਮੈਂ ਸਿੱਧੂ ਸਾਹਿਬ ਦੇ ਨਾਲ ਕਦੇ ਕੋਈ ਦੂਜਾ MLA ਬੈਠਾ ਪ੍ਰੈਸ ਕਾਨਫਰੰਸ ਨਹੀਂ ਦੇਖਿਆ। ਇਹਦਾ ਮਤਲਬ ਬਾਕੀ ਸਾਰੇ ਅਮਰਿੰਦਰ ਦੇ ਖੇਮੇ 'ਚ ਦੇਖੀਏ। ਜੇ ਕੈਪਟਨ ਦੇ ਖੇਮੇ ਨਾਲ ਸਿੱਧੂ ਸਿੱਧਾ ਤਣਾਅ 'ਚ ਨੇ, ਕੱਲ ਨੂੰ ਜੇ ਸਿੱਧੂ ਹਾਈ ਕਮਾਂਡ ਦੇ ਦਖਲ ਨਾਲ ਕਿਸੇ ਵੱਡੀ ਭੂਮਿਕਾ 'ਚ ਆ ਵੀ ਜਾਂਦੇ, ਉਸੇ ਟੀਮ ਨਾਲ ਉਹ ਕੰਮ ਕਿਵੇਂ ਕਰਨਗੇ? ਔਖਾ ਹੋ ਜਾਏਗਾ। ਫਿਰ ਦੂਜਾ ਸਵਾਲ ਹੈ ਕਿ ਕੈਪਟਨ ਦੇ ਖੇਮੇ ਦੇ ਵਿੱਚ ਇਹ ਤਲਖੀ ਆ ਰਹੀ ਹੈ ਕਿ ਇੱਕ ਵਿਅਕਤੀ ਕਾਂਗਰਸ ਦੇ ਅੰਦਰ ਹੀ ਰਹਿ ਕੇ ਕਾਂਗਰਸ ਦਾ ਸਤਿਆਨਾਸ਼ ਕਰਨ ਲਈ ਖੜਾ ਹੈ, ਭਾਵੇਂ ਉਹ ਮੁੱਦਿਆਂ ਤੇ ਸਿੱਧੂ ਦੇ ਮੁੱਦੇ ਆਪਣੀ ਜਗ੍ਹਾ, ਅਸੀਂ ਸਿਰਫ ਉਸ ਐਂਗਲ ਨੂੰ ਵਿਚਾਰ ਰਹੇ ਹਾਂ ਜਿਹੜਾ ਕਾਂਗਰਸ ਦਾ ਹੈ। ਸੋ ਇਹ ਜਿਹੜੀ ਆਪਸੀ ਤਣਾਤਣੀ ਆ, ਇਹਦਾ ਪੱਧਰ ਤਣਾਅ ਦਾ ਇੱਥੇ ਆ ਗਿਆ। ਹੁਣ ਪਟਾਕਾ ਪੈ ਜਾਣਾ ਸੀ ਜੇ ਕੈਪਟਨ ਖੇਮਾ ਇੰਨਾ ਫਸਿਆ ਨਾ ਹੁੰਦਾ। ਬਿਲਕੁਲ। ਜੇ ਕੈਪਟਨ ਖੇਮਾ ਇਸ ਸਥਿਤੀ 'ਚ ਇਹਨਾਂ ਮਾਮਲਿਆਂ 'ਚ SIT ਨੂੰ ਲੈ ਕੇ, ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ, ਕੋਰਟ ਦੇ ਫੈਸਲਿਆਂ ਨੂੰ ਲੈ ਕੇ ਜੇ ਉਲਝਣ 'ਚ ਨਾ ਹੁੰਦਾ ਤੇ ਹੁਣ ਨੂੰ ਮੈਨੂੰ ਲੱਗਦਾ ਕਿ ਪਾਸਾ ਹੋ ਜਾਣਾ ਸੀ। ਲੇਕਿਨ ਜਿਹੜੇ ਹਰੀਸ਼ ਰਾਵਤ ਆ, ਜਿਹੜੇ ਕਰੋਨਾ ਤੋਂ ਬਾਅਦ ਆਈਸੋਲੇਟ ਹੋਏ ਨੇ, ਉਹ ਕਹਿ ਰਹੇ ਮੈਂ ਦੋਨਾਂ ਨਾਲ ਗੱਲ ਕਰੂੰਗਾ। ਹੁਣ ਗੱਲ ਤਾਂ ਜਦੋਂ ਵੀ ਹੋਈ ਹੈ, ਕਦੇ ਉਹ ਇਕੱਲਿਆਂ ਕਰ ਆਉਂਦੇ ਨੇ, ਲੇਕਿਨ ਜਦੋਂ ਇਹ ਦੋਵੇਂ ਮਿਲਦੇ ਆ, ਇਹ ਹਰੀਸ਼ ਰਾਵਤ ਨੂੰ ਵੀ ਪਾਸੇ ਰੱਖ ਦਿੰਦੇ। ਜਦੋਂ ਇਹ ਮਿਲਦੇ ਨੇ
ਉਦੋਂ ਇੰਜ ਲੱਗਦਾ ਫੋਟੋ ਇਦਾਂ ਜਾਰੀ ਹੁੰਦੀ ਰਹੀ ਜਿੱਦਾਂ ਵਿੱਚੋਂ ਦੀ ਸੂਈ ਨਹੀਂ ਲੰਘਦੀ, ਇੰਨਾ ਰਿਸ਼ਤਾ ਕਰੀਬ ਦਾ। ਲੇਕਿਨ ਜਦੋਂ ਹਮਲਾ ਸਿੱਧੂ ਸਾਹਿਬ ਕਰ ਰਹੇ ਆ ਉਦੋਂ ਇੰਜ ਲੱਗਦਾ ਕਿ ਸਿੱਧੂ ਸਾਹਿਬ ਕਾਂਗਰਸ ਦੇ ਵਿੱਚ ਹੁਣ ਨਹੀਂ ਰਹੇ। ਕੀ ਇਹ ਸਥਿਤੀ ਸਪਸ਼ਟ ਹੋਊਗੀ? ਕੌਣ ਕਰੂਗਾ? ਦੇਖੋ, ਪਹਿਲੀ ਗੱਲ ਤੇ ਬੜਾ ਸਾਫ਼ ਹੈ ਕਿ ਕਹਿੰਦੇ ਕਿ ਜਦੋਂ ਆਪਸੀ ਕਿਤੇ ਤਕਰਾਰ ਹੋ ਜੇ ਤੇ ਕੋਈ ਘੱਟੋ ਘੱਟ ਪਰਿਵਾਰ ਦਾ ਸੀਨੀਅਰ ਮੈਂਬਰ ਜਿਹੜਾ ਜੀ ਉਹ ਬੈਠ ਜਾਂਦਾ, ਨਿੱਠ ਕੇ ਬੈਠਦਾ। ਇਹ ਨਹੀਂ ਵੀ ਤੈਨੂੰ ਅੱਜ ਸੁਣ ਲਿਆ ਉਹਨੂੰ ਕੱਲ ਸੁਣਾਂਗੇ, ਮੁੜ ਕੇ ਸਾਲਾਂ ਬਾਅਦ ਹੀ ਚੱਲਦਾ ਰਹੇਗਾ। ਔਰ ਦੂਸਰਾ ਇਹ ਆ ਕਿ ਚਾਹੇ ਉਹ ਹਰੀਸ਼ ਰਾਵਤ ਹੋਣ ਜੀ, ਚਾਹੇ ਕਾਂਗਰਸ ਦੀ ਹਾਈ ਕਮਾਂਡ ਹੋਵੇ, ਇਹਦਾ ਮਤਲਬ ਇਹ ਨਹੀਂ ਆ ਕਿ ਇੱਕ ਸੂਬਾ ਜਿਹੜਾ ਤੁਹਾਡਾ ਬਚਿਆ ਹੋਇਆ ਬਾਕੀ ਸੂਬਿਆਂ ਦੇ ਨਿਸਬਤ ਤੁਸੀਂ ਉਹਨੂੰ, ਜਿਹਨੂੰ ਕਹਿ ਲਓ ਕਿ ਹੱਥੋਂ ਜਾਂਦਾ ਦੇਖ ਕੇ ਬਸ ਚੁੱਪ ਕਰੋ, ਖਾਮੋਸ਼ ਰਹੋ। ਇੱਕ ਦੀ ਨਹੀਂ ਹੋਇਆ। ਔਰ ਸ਼ਾਇਦ ਇਹੀ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਮਸਲਾ ਹੱਲ ਹੀ ਨਹੀਂ ਹੋ ਰਿਹਾ। ਇਹਨੂੰ ਫੈਸਲੇ ਲੈਣ ਦੀ ਅਣਹੋਂਦ ਕਵਾਂਗੇ। ਬਿਲਕੁਲ, ਇਹ ਨਾਕਾਬਲੀਅਤ ਹੈ। ਬਿਲਕੁਲ, ਜਿਹੜੀ ਹਾਈ ਕਮਾਂਡ ਦਾਅਵਾ ਕਰਦੀ ਕਿ ਪੰਜਾਬ ਸਾਡਾ ਰਾਜ ਹੈ, ਜੀ, ਉਹ ਇੱਥੋਂ ਦੇ ਰਾਜ ਨੂੰ ਦੇਖ ਹੀ ਨਹੀਂ ਰਹੀ। ਨਹੀਂ, ਇਹਦੇ ਨਾਲ ਇੱਕ ਸਵਾਲ ਇਹ ਵੀ ਆ ਕਿ ਜਿਹੜੀ ਸਰਕਾਰ ਪੰਜਾਬ ਦੀ ਵੀ ਕਹੋ, ਮੰਨ ਲਓ, ਜਦੋਂ ਉਹ ਕਹਿੰਦੀ ਕਿ ਅਸੀਂ ਹਰ ਪਲ ਮਿੰਟ ਦੇ ਉੱਤੇ ਗੌਰ ਕਰਦੇ ਹਾਂ, ਉਹਨਾਂ ਨੂੰ ਆਪਣੇ ਘਰ ਦੇ ਅੰਦਰ ਜਿਹੜੀ ਇੱਕ ਚਿੰਗਾਰੀ ਸੁਲਗ ਰਹੀ ਹੈ, ਜਿਹੜੀ ਕਿ ਭਾਂਬੜ ਬਲਣ ਨੂੰ ਤਿਆਰ ਬੈਠੀ ਆ, ਉਹ ਨਹੀਂ ਦਿਸ ਰਹੀ। ਦੂਸਰਾ ਇੱਕ ਹੋਰ ਨੁਕਤਾ ਜੀ ਕਿ ਕੀ ਕਿਤੇ ਹਾਈ ਕਮਾਂਡ ਜਾਂ ਕੈਪਟਨ ਅਮਰਿੰਦਰ ਸਿੰਘ ਇਸ ਦੁਬਿਧਾ ਚ ਤਾਂ ਨਹੀਂ ਫਸੇ ਹੋਏ ਕਿ ਮੈਂ ਨਵਜੋਤ ਸਿੰਘ ਸਿੱਧੂ ਤੇ 2017 ਵਿੱਚ ਆਇਆ ਸਾਡੇ ਚ, ਤੇ ਉਹਦੇ ਤੋਂ ਬਾਅਦ ਉਹਦੀ ਜਿਹੜੀ ਭੂਮਿਕਾ ਆ ਕਾਂਗਰਸ ਦੇ ਵਿੱਚ ਉਹ ਗਿਣੀ ਮਿਥੀ ਆ ਜੀ। ਲੇਕਿਨ ਦੂਸਰੇ ਪਾਸੇ ਉਹ ਲੋਕ ਬੈਠੇ ਨੇ ਜਿਹੜੇ ਕਈ ਦਹਾਕਿਆਂ ਤੋਂ ਕਾਂਗਰਸ ਨੂੰ ਉਸ ਮੁਕਾਮ ਤੱਕ ਲੈ ਆਏ ਨੇ। ਅਸੀਂ ਉਹਨਾਂ ਲੋਕਾਂ 'ਚ ਸ਼ਾਮਲ ਹੈ ਜਿਨ੍ਹਾਂ ਨੂੰ ਇਹ ਲੜਾਈ ਭਾਰਾ ਖਾਂਦੀ, ਕਿਉਂਕਿ ਜਦੋਂ ਸੱਤਾਧਾਰੀ ਇਕੱਠੇ ਹੁੰਦੇ ਆ, ਇੱਕ ਮੁੱਠ ਬਣ ਕੇ ਚੱਲਦੇ ਆ, ਉਦੋਂ ਅੰਦਰ ਦੀਆਂ ਗੱਲਾਂ ਜਾਂ ਨੁਕਤਾਚੀਨੀ ਘੱਟ ਹੁੰਦੀ ਜੀ। ਸਟੇਟ ਤੇ ਸੂਬੇ ਦੇ ਲੋਕਾਂ ਨੂੰ ਵਧੀਆ ਵਿਰੋਧੀ ਚਾਹੀਦੇ ਹੁੰਦੇ ਆ ਸਰਕਾਰਾਂ ਦੇ। ਵਧੀਆ ਵਿਰੋਧੀ ਆਮ ਆਦਮੀ ਪਾਰਟੀ ਵਾਲੇ ਨਹੀਂ ਰਹੇ। ਸਭ ਤੋਂ ਬਿਹਤਰੀਨ ਰੋਲ ਪਲੇ ਕੀਤਾ ਸੀ ਖਹਿਰਾ ਨੇ, ਸੁਖਪਾਲ ਖਹਿਰਾ ਨੇ। ਉਸ ਤੋਂ ਬਾਅਦ ਇਹ ਵਿਰੋਧੀ ਧਿਰ ਦੇ ਹੋ ਕੇ ਵੀ ਵਿਰੋਧ ਵਿੱਚ ਉਸ ਤੀਬਰਤਾ ਦਾ ਵਿਖਾਵਾ ਨਹੀਂ ਕਰ ਸਕੇ। ਅਕਾਲੀ ਆਪਣੇ ਆਪ ਨੂੰ ਹੀ ਸਾਂਭਦੇ ਨਜ਼ਰ ਆਉਂਦੇ ਆ। ਸੋ ਸਿੱਧੂ ਦਾ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਤੇ ਦਬਾਅ ਬਣਾ ਕੇ ਰੱਖਣਾ ਸਾਡੇ ਵਰਗੇ ਜਿਹੜੇ ਪੰਜਾਬ ਨੂੰ ਚੰਗੇ ਦਿਸ਼ਾ 'ਚ ਜਾਂਦਾ ਵੇਖਣਾ ਚਾਹੁੰਦੇ ਉਹਨਾਂ ਨੂੰ ਵਾਰਾ ਖਾਂਦਾ। ਪਰ ਇੱਕ ਵਿਸ਼ਲੇਸ਼ਣ ਦਾ ਵਿਸ਼ਾ ਸੀ ਕਿ ਜੇ ਸਿੱਧੂ ਇਸ ਤਰ੍ਹਾਂ ਦੇ ਨਜ਼ਰੀਏ ਨਾਲ, ਐਟੀਟਿਊਡ ਨਾਲ ਅੱਗੇ ਵਧ ਰਿਹਾ ਤੇ ਕੀ ਉਹ ਅਗਲੇ ਸਮੇਂ 'ਚ ਕਾਂਗਰਸ ਦੇ ਮੰਚ ਤੋਂ ਅਗਵਾਈ ਦੇ ਸਕਣਗੇ? ਕੀ ਉਹਨਾਂ ਨੂੰ ਐਕਸੈਪਟ ਕੀਤਾ ਜਾਊਗਾ? ਸਾਡੇ ਸਰੋਤ ਦੱਸਦੇ ਆ ਕਿ ਅੰਦਰੇ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਸੀਨੀਅਰ ਮੰਤਰੀਆਂ ਨੇ, ਕੁਝ ਸੀਨੀਅਰ ਕਾਂਗਰਸੀਆਂ ਨੇ ਜਿਹੜੇ ਸਰਕਾਰ ਦਾ ਹਿੱਸਾ ਨਹੀਂ, ਉਹਨਾਂ ਨੇ ਕਿਹਾ ਕਿ ਕਿੰਨੀ ਦੇਰ ਚੁੱਪ ਰਹੋਗੇ, ਜਾਂ ਤਾਂ ਸਮਝੌਤਾ ਕਰ ਲਓ, ਨਹੀਂ ਤਾਂ ਹਾਈ ਕਮਾਂਡ ਨੂੰ ਕਹੋ ਕਿ ਸਿੱਧੂ ਨੂੰ ਜਾਂ ਚੁੱਪ ਕਰਾ ਲੈ ਜਾਂ ਬਾਹਰ ਦਾ ਰਸਤਾ ਵਿਖਾ ਦੇ। ਬਿਲਕੁਲ। ਲੇਕਿਨ ਸਿੱਧੂ ਇਸ ਮੌਕੇ ਤੇ ਕਾਂਗਰਸ ਦੇ ਕੈਂਪ ਵਿੱਚ, ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਦੇ ਵਿੱਚ ਹੋਏ ਨੁਕਸਾਨ ਨੂੰ ਵੇਖਦਿਆਂ ਆਪਣੀ ਜਿਹੜੀ ਗਵਾਚੀ ਸ਼ਾਖ ਸੀ, ਕੁਝ ਸਾਲਾਂ ਤੋਂ, 1.5 ਸਾਲ ਤੋਂ ਉਹ ਚੁੱਪ ਬੈਠੇ ਸੀ, ਉਹਨੂੰ ਮੁੜ ਕੇ ਹਾਸਲ ਕਰਨ ਦੇ ਰੌਂਚ ਨੇ ਕਿ ਲੋਕ ਸਿੱਧੂ ਸਾਹਿਬ ਨੂੰ ਸਿਰ ਤੇ ਚੁੱਕਣਗੇ। ਅਫਸੋਸ ਸਿੱਧੂ ਸਾਹਿਬ ਬੜੀ ਦੇਰ ਬਾਅਦ ਬੋਲੇ, ਅਜੇ ਉਹਨਾਂ ਨੂੰ ਉਦਾਂ ਦਾ ਹੰਗਾਰਾ ਨਹੀਂ ਮਿਲਿਆ। ਉਹ ਜ਼ਮੀਨ ਲੱਭਦੇ ਫਿਰਦੇ ਆ, ਜਿਹੜੀ ਜ਼ਮੀਨ ਉਹਨਾਂ ਦੇ ਕੋਲ ਸੀ ਉਹਨਾਂ ਨੇ ਗਵਾ ਕੇ ਹੁਣ ਫਿਰ ਉਹਨੂੰ ਪ੍ਰਾਪਤ ਕਰਨ ਲਈ ਜ਼ੋਰ ਲਾਇਆ। ਕਿ ਵੇਲੇ ਦਾ ਰਾਗ ਹੈ, ਲੋਕ ਸਮਝਦੇ ਆ ਕਿ ਰਾਜਨੀਤੀ ਆ। ਅਕਾਲੀਆਂ ਨੇ ਜਿਸ ਤਰੀਕੇ ਨਾਲ ਉਹਨਾਂ ਦੇ ਇੱਕ ਮਾਝੇ ਤੋਂ ਲੀਡਰ ਨੇ ਡਿਫੈਂਡ ਕੀਤਾ ਵੱਖ-ਵੱਖ ਚੈਨਲਾਂ ਦੇ ਉੱਤੇ ਇਸ ਫੈਸਲੇ ਨੂੰ ਵੈਲਕਮ ਕੀਤਾ, ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਡਿਫੈਂਡ ਕੀਤਾ, ਉਹਦੇ ਨਾਲ ਅਕਾਲੀਆਂ ਦੀ ਸ਼ਾਖ ਘਟੀ ਆ। ਸਿੱਧੂ ਸਾਹਿਬ ਅਕਾਲੀਆਂ ਤੇ ਹਮਲਾ ਬੋਲਦੇ ਆ, ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਦੋਸ਼ੀ ਬਣਾ ਰਹੇ ਆ। ਬਿਲਕੁਲ, ਇਹ ਉਹਨਾਂ ਦਾ ਹੱਕ ਹੈ। ਲੇਕਿਨ ਲੋਕ ਇਹ ਸਮਝਦੇ ਆ ਕਿ ਜਦੋਂ ਇਹ ਕਵਾਇਦ ਚੱਲਦੀ ਸੀ ਸਾਲਾਂ ਤੋਂ, ਉਹਦੇ ਵਿੱਚ ਤੁਸੀਂ ਨਜ਼ਰ ਨਹੀਂ ਆਏ। ਅੱਜ ਸਾਰਾ ਪੰਜਾਬ ਉਬਲਿਆ ਪਿਆ, ਬੱਚੇ ਦੀ ਜ਼ੁਬਾਨ ਤੇ ਆ ਕਿ ਗਲਤ ਹੋਇਆ। ਉਦੋਂ ਸਿੱਧੂ ਸਾਹਿਬ ਦੀ ਉਸ ਤਕਲੀਫ ਜਿਹੜੀ ਹੈ, ਜਿਹੜੀ ਉਹ ਇੱਕ ਸਿੱਖ ਵਾਂਗ ਹੋ ਸਕਦੀ ਹੈ, ਲੇਕਿਨ ਉਨੀ ਕੀ ਮੰਨੀ ਜਾ ਰਹੀ ਹੈ ਜਿੰਨੀ ਫੂਲਕਾ ਦੀ ਹੈ। ਦੇਖੋ, ਫੂਲਕਾ ਵਾਲੇ ਮਸਲੇ ਤੇ ਆ ਜਾਣ। ਪਹਿਲੀ ਗੱਲ, ਜਿਹੜਾ ਤੁਸੀਂ ਪੰਜਾਬ ਦੇ ਦਰਦੀ ਕਰਕੇ
ਇੱਕ ਆਮ ਸਾਡੇ ਕਹਾਵਤ ਆ, ਕਹਾਵਤ ਕੀ ਵਰਤਾਰਾ ਆ ਕਿ ਅਗਰ ਤੁਹਾਨੂੰ ਮਾੜਾ ਜਿਹਾ ਲੱਗਦਾ ਕਿ ਤੁਹਾਨੂੰ ਬੁਖਾਰ ਹੈ, ਤੁਸੀਂ ਅਗਰ ਕਿਸੇ ਹਕੀਮ ਨੂੰ ਦਿਖਾਓਗੇ, ਉਹ ਕਹੇਗਾ ਤੁਹਾਨੂੰ ਬੁਖਾਰ ਆ, ਤੁਹਾਡੇ ਅੰਦਰ ਪਿੱਤ ਆ, ਤੁਹਾਡੇ ਅੰਦਰ ਕਫ ਆ, ਉਹ ਦੱਸੇਗਾ। ਅਗਰ ਕਿਸੇ ਤਗੜੇ ਡਾਕਟਰ ਨੂੰ ਦਿਖਾਏਗੇ, ਉਹ ਕਹੇ 4 ਟੈਸਟ ਲਿਖ ਦੇਗਾ ਵੀ ਆ ਕਰਾਓ, ਲੇਕਿਨ ਇਹਦੇ ਬਾਅਦ ਡਾਇਗਨੋਸ ਹੋਣ ਤੋਂ ਬਾਅਦ ਬਿਮਾਰੀ ਦਾ ਇਲਾਜ ਸ਼ੁਰੂ ਹੋ ਜਾਏਗਾ। ਲੇਕਿਨ ਜੇ ਕਿਸੇ ਸਿਆਸੀ ਬੰਦੇ ਨੂੰ ਕਹੋ ਕਿ ਮੈਨੂੰ ਬੁਖਾਰ ਆ, ਕਹਿੰਦਾ ਵਿਰੋਧੀਆਂ ਦੀ ਚਾਲ ਹੈ। ਤੇ ਜੇ ਕਿਸੇ ਜੋਤਸ਼ੀ ਕੋ ਚਲੇ ਜਾਓ, ਕਹਿੰਦਾ ਗ੍ਰਹਿ ਬੜੇ ਮਾੜੇ ਆ। ਪੰਜਾਬ ਦੇ ਮਸਲਿਆਂ ਦੀ ਹਾਲਤ ਇਸ ਵੇਲੇ ਇਹ ਹੋ ਗਈ ਆ, ਹਰ ਕੋਈ ਆਪੋ ਆਪਣੀ ਕਸਵੱਟੀ ਤੇ ਉਹਨੂੰ ਪਰਖ ਰਿਹਾ। ਨਹੀਂ, ਹਰ ਕੋਈ ਕਹਿੰਦਾ ਮੈਂ ਹੀ ਹਤੈਸ਼ੀ ਆ, ਬਾਕੀ ਮਾੜੇ। ਬਸ ਉਹੀ ਹੈ ਨਾ, ਆਪੋ ਆਪਣੀ ਕਸਵੱਟੀ ਦੇ ਥਰਮਾਮੀਟਰ ਹਰ ਇੱਕ ਦੇ ਹੱਥ 'ਚ ਹੈ, ਲੇਕਿਨ ਉਹ ਕਿੰਨਾ ਕੁ ਤਾਪਮਾਨ ਨਾਪਦਾ ਜਾਂ ਕਿੰਨਾ ਘਟਾਉਂਦਾ ਵਧਾਉਂਦਾ, ਇਹ ਉਹੀ ਜਾਣਦਾ ਹੈ। ਇਹ ਬੜਾ ਦਿਲਚਸਪ ਸਵਾਲ ਹੈ ਕਿ ਕਈ ਵਾਰੀ ਹੁੰਦਾ ਹੈ ਕਿ ਤੁਸੀਂ ਕਿਸੇ ਏਜੰਡੇ ਦੇ ਉੱਤੇ ਗੱਲ ਕਰਨ ਦੀ ਬਜਾਏ ਬਿਲਕੁਲ ਇੱਧਰ ਉੱਧਰ ਦੀਆਂ ਮਾਰ ਕੇ ਗੁਜ਼ਾਰਾ ਕਰਦੇ। ਸਹੀ ਗੱਲ ਹੈ। ਹੁਣ ਕਿਸਾਨਾਂ ਦੀ ਇਨਕਮ ਵਧਾਉਣ ਲਈ ਸਿੱਧੂ ਸਾਹਿਬ ਦੀ ਸ਼ਰੀਕੇ ਹਯਾਤ ਡਾਕਟਰ ਨਵਜੋਤ ਕੌਰ ਇਹ ਗੱਲ ਕਹਿ ਗਏ ਵੀ ਅਫੀਮ ਦੀ ਖੇਤੀ ਕਰਾ ਦਿਓ। ਇਹ ਮੇਰੇ ਖਲੋਂ ਨਾ ਕਿਹਾ, ਪਰ ਕਾਰਨ ਹੁਣ ਮੈਂ ਇਹ ਸਮਝਦਾ ਕਿ ਕੀ ਇਹ ਤਰਕ ਸੰਗਤ ਹੱਲ ਨੇ। ਮੈਂ ਕਹਿੰਦਾ ਤੁਸੀਂ ਸੁਝਾਅ ਦੇ ਰਹੇ ਹੋ ਸਕਦਾ ਤੁਹਾਡਾ ਸੁਝਾਅ ਵਾਕਿਆ ਹੀ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਦੇਵੇ, ਲੇਕਿਨ ਬਿੱਲੀ ਦੇ ਗਲ ਘੰਟੀ ਬੰਨੇ ਕੌਣ? ਜੇ ਨਵਜੋਤ ਸਿੰਘ ਸਿੱਧੂ ਸੁਝਾਅ ਦੇ ਰਹੇ ਨੇ, ਦੋਸ਼ ਦੱਸ ਰਹੇ ਨੇ, ਭਲਿਓ ਲੋਕੋ, ਤੁਸੀਂ ਮੰਤਰੀ ਹੋ, ਤੁਹਾਨੂੰ ਲੋਕਾਂ ਨੇ ਨੁਮਾਇੰਦੇ ਬਣਾ ਕੇ ਭੇਜਿਆ, ਸਾਨੂੰ ਕਿਉਂ ਸੁਣਾਉਂਦੇ ਹੋ? ਅੰਦਰ ਬਹਿ ਕੇ ਸਾਡੇ ਸਾਹਮਣੇ ਹੱਲ ਰੱਖੋ ਕਿ ਤੁਸੀਂ ਕੀਤਾ ਕੀ ਆ। ਸਰਦਾਰ ਜੀ ਚਲੋ ਹੁਣ ਉਹ ਰਹੇ ਨਹੀਂ ਮੰਤਰੀ, ਬਾਹਰ ਹੋ ਗਏ, ਉਹ ਕਹਿੰਦੇ ਮੇਰੀ ਸੁਣਦਾ ਕੋਈ ਨਹੀਂ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਬਹੁਤਿਆਂ ਨੂੰ ਇੰਨਾ ਪਿਆਰ ਨਾਲ ਨਹੀਂ ਬੁਲਾਉਂਦੇ ਜਿੰਨੇ ਸਿੱਧੂ ਸਾਹਿਬ ਨੂੰ ਬੁਲਾ ਲੈਂਦੇ ਆ। 2-3 ਵਾਰੀ ਇਹ ਚਾਹ ਕੌਫੀ ਜਾਂ ਉੱਥੇ ਖਾਣਾ ਖੁਣਾ ਖਾਏ ਨੇ। ਪਰ ਸਰਦਾਰ ਜੀ ਸਵਾਲ ਇਹ ਆ ਕਿ ਕੀ ਅਸੀਂ ਇਸ ਤਰ੍ਹਾਂ ਦੇ ਛੋਟੇ ਹੱਲ ਨਾਲ ਕੀ ਅਸੀਂ ਅਫੀਮ ਜਾਂ ਬਾਕੀ ਖੇਤੀ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਜਸਟੀਫਾਈ ਕਰ ਪਾਵਾਂਗੇ? ਜਦੋਂ ਮਰਜ਼ ਡੂੰਘੀ ਆ, ਸਾਨੂੰ ਪੂਰੀ ਏਜੰਡੇ ਤੇ ਤੁਰਨਾ ਪਊਗਾ। ਲੇਕਿਨ ਜੇ ਤੁਸੀਂ ਪ੍ਰੋਫੈਸ਼ਨਲ ਡਾਕਟਰ ਹੋ, ਡਾਕਟਰ ਨਵਜੋਤ ਕੌਰ ਸਿੱਧੂ ਪ੍ਰੋਫੈਸ਼ਨਲ ਡਾਕਟਰ ਨੇ, ਉਹਨਾਂ ਨੂੰ ਬਕਾਇਦਾ ਡਾਕਟਰੀ ਵਜੋਂ, ਇੱਕ ਡਾਕਟਰ ਵਜੋਂ, ਕਿੱਤੇ ਵਜੋਂ ਫੀਮ ਦੇ ਫਾਇਦੇ ਖੁੱਲ ਕੇ ਦੱਸਣੇ ਚਾਹੀਦੇ ਨੇ। ਫਿਰ ਬਾਕੀ ਜਿਹੜੇ ਸਾਡੇ ਪੁਰਾਣੀ ਲੀਡਰਸ਼ਿਪ ਤੇ ਬਹੁਤੀ ਫੀਮ ਤੇ ਪੜੀ ਹੋਈ ਆ, ਉਹਨੂੰ ਛੱਡਿਆ ਕਰੋ। ਤੁਸੀਂ ਲਾਈਟ ਹੋ ਜਾਂਦੇ ਹੋ, ਇੰਨੇ ਲਾਈਟ ਨਾ ਹੋਇਆ ਕਰੋ। ਗੱਲ ਇਹ ਨਹੀਂ, ਤੁਸੀਂ ਗੱਲ ਕੀਤੀ ਸੀ ਸਰਦਾਰ ਹਰਵਿੰਦਰ ਸਿੰਘ ਫੂਲਕਾ ਵੱਲੋਂ ਉਠਾਏ ਨੁਕਤਿਆਂ ਦੀ। ਜੀ, ਹਰਵਿੰਦਰ ਸਿੰਘ ਫੂਲਕਾ ਨੇ ਸਭ ਤੋਂ ਪਹਿਲਾਂ ਨੁਕਤਾ ਉਠਾਇਆ ਕਿ ਜਦੋਂ ਤੁਸੀਂ ਵਿਧਾਨ ਸਭਾ ਵਿਸ਼ੇਸ਼ ਸੈਸ਼ਨ 'ਚ ਮਤੇ ਪਾਸ ਕੀਤੇ ਸੀ, ਮੈਂ ਉਦੋਂ ਇਹ ਇਤਰਾਜ਼ ਕੀਤਾ ਸੀ ਕਿ ਇਹਨਾਂ ਨੁਕਤਿਆਂ ਦੇ ਵਿੱਚ ਕਾਨੂੰਨੀ ਕੁਝ ਕਮੀਆਂ ਪੇਸ਼ੀਆਂ ਨੇ। ਉਸ ਵੇਲੇ ਤੁਸੀਂ ਸਹੀ ਕਿਉਂ ਨਹੀਂ ਕੀਤਾ? ਤੁਸੀਂ ਉਸ ਵੇਲੇ ਮੇਰੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਸਨ। ਔਰ ਦੂਸਰਾ ਉਹਨਾਂ ਨੇ ਨੁਕਤਾ ਅਹਿਮ ਰੱਖਿਆ ਕਿ ਜਿਹੜੀ ਜਾਂਚ ਤੁਸੀਂ ਕਹਿੰਦੇ ਹੋ ਰੱਦ ਕਰ ਦਿੱਤੀ ਗਈ ਆ, ਉਹਦੇ ਵੱਲ ਥੋੜਾ ਜਿਹਾ ਗੌਰ ਤੇ ਕਰੋ ਕਿ ਆਖਰ ਇਹ ਜਾਂਚ ਕਮਿਸ਼ਨ ਕੱਲਾ ਆਪਣਾ ਕੁੰਵਰ ਵਿਜੇ ਪ੍ਰਤਾਪ ਦਾ ਨਹੀਂ ਸੀ, ਬਾਕੀ 4 ਮੈਂਬਰ ਵੀ ਨਾਲ ਸਨ। ਆਖਰ ਉਹਨਾਂ 4 ਮੈਂਬਰ ਦੇ ਉੱਤੇ ਇਸ ਜਾਂਚ ਰਿਪੋਰਟ ਤੇ ਦਸਤਖਤ ਕਿਉਂ ਨਹੀਂ ਕੀਤੇ? ਜਦੋਂ ਮਾਨਯੋਗ ਅਦਾਲਤ ਨੇ ਕਿਹਾ ਸੀ ਕਿ ਹਲਫੀਆ ਬਿਆਨ ਦਿਓ, ਤੇ ਕੱਲਾ ਕੈਪਟਨ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਕਿਉਂ ਹੀ ਹਲਫੀਆ ਬਿਆਨ ਦਿੱਤਾ, ਬਾਕੀਆਂ ਨੇ ਕਿਉਂ ਨਹੀਂ ਦਿੱਤਾ? ਅਸੀਂ ਬੀਤੇ ਕੱਲ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਹੰਗਾਮੀ ਮੀਟਿੰਗ ਬੁਲਾਈ ਆਪਣੇ ਕੈਬਨਿਟ ਦੇ ਸਾਥੀਆਂ ਦੀ ਤੇ ਕੁਝ ਹੋਰ ਭਰੋਸੇਯੋਗ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਨਾਲ ਵਿਚਰਨ ਵਾਲੇ ਲੋਕ ਆ ਔਰ ਪ੍ਰਸ਼ਾਸਨਿਕ ਅਧਿਕਾਰੀ, ਉਦੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਸਮਾਂ ਰਹਿੰਦਿਆਂ ਜਿਹੜੀ SIT ਕੁੰਵਰ ਵਿਜੇ ਪ੍ਰਤਾਪ ਔਰ ਇੱਕ ADGP ਤੇ 2 SP ਉਹਨਾਂ ਦੇ ਜਿਹੜੇ ਮਤਭੇਦ ਸੀ ਸੁਲਝਾਏ ਕਿਉਂ ਨਾ ਗਏ। ਇਹ ਅੰਦਰ ਵੀ ਗੱਲ ਹੋਈ। ਲੇਕਿਨ ਜਦੋਂ ਫੁਲਕਾ ਇਸ ਗੱਲ ਨੂੰ ਉਠਾਉਂਦੇ ਆ ਤੇ ਮੈਂ ਉਸ ਤੋਂ ਪਹਿਲਾਂ ਇੱਕ ਨੁਕਤਾ ਸਾਂਝਾ ਕਰੂੰਗਾ। ਹਾਲਾਂਕਿ ਜਾਂਚ ਜਿਹੜੀ SIT ਦੀ ਸੀ ਉਹਨੂੰ ਖਾਰਜ ਕਰਨ ਤੋਂ ਬਾਅਦ ਇਹ ਜਿਹੜੇ ਕੁਝ ਕਮੈਂਟ ਨੇ ਉਹੀ ਸੀ ਕਿ ਖਾਰਜ ਕਰਨ ਦੀ ਖਬਰ ਬਾਹਰ ਆ ਗਈ, ਜੱਜਮੈਂਟ ਨਹੀਂ ਆਈ। ਫੁਲਕਾ ਸਾਹਿਬ ਕਹਿ ਰਿਹਾ ਕਿ ਇਹਦੇ ਆਧਾਰ ਇਹ ਹੋਣਗੇ ਖਾਰਜ ਕਰਨ ਦੇ ਕਿ ਬਾਕੀ SIT ਮੈਂਬਰਸ ਨੇ ਐਫੀਡੇਵਿਟ ਨਹੀਂ ਹਾਈ ਕੋਰਟ 'ਚ ਦਿੱਤੇ ਜਾਂਚ ਦਾ ਹਿੱਸਾ ਹੋਣ ਦੇ, ਤੇ ਦੂਜੀ ਗੱਲ ਕਿ ਉਹਨਾਂ ਨੇ ਉੱਥੇ ਦਸਤਖਤ ਵੀ ਨਹੀਂ ਕੀਤੇ। ਇਹ ਫੁਲਕਾ ਸਾਹਿਬ ਦਾ ਮੰਨਣਾ ਹੈ। ਲੇਕਿਨ ਅਜੇ ਇਹ ਵੀ ਦੇਖਣਾ ਹੋਊਗਾ ਜੱਜਮੈਂਟ ਆਉਣ ਤੋਂ ਬਾਅਦ ਕਿ ਹੋਰ ਆਧਾਰ ਕਿਹੜੇ ਆ, ਕਿ 2 FIRs ਆਧਾਰ ਨੇ ਜਾਂ ਕੁਝ ਹੋਰ ਹੈ।
ਲੇਕਿਨ ਫੁਲਕਾ ਸਾਹਿਬ ਦੀ ਗੱਲ ਨੂੰ ਵਜਨ ਦਿੱਤੇ ਬਿਨਾ ਨਹੀਂ ਸਰਦਾ। ਆਖਰ ਉਹ ਕਹਿੰਦੇ ਕਿ ਜਿਹੜੇ ਬਾਕੀ ਕੁੰਵਰ ਵਿਜੇ ਪ੍ਰਤਾਪ ਤੋਂ ਇਲਾਵਾ ਮੈਂਬਰ ਸੀਗੇ, ਜੇ ਉਹਨਾਂ ਨੇ ਸਰਕਾਰ ਵੱਲੋਂ ਮਿਲੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਤੇ ਉਸ ਅਨੁਸ਼ਾਸਨਹੀਣਤਾ ਲਈ ਸਰਕਾਰ ਨੇ ਕੁਝ ਕੀਤਾ, ਜੇ ਨਹੀਂ ਕੀਤਾ ਇਹਦੀ ਜਾਂਚ ਕਰਾਓ। ਉਹਨਾਂ ਦੀ ਭੂਮਿਕਾ ਜਿਹੜੇ ਛੱਡ ਗਏ, ਉਹਨਾਂ ਦੀ ਭੂਮਿਕਾ ਜਿਹੜੇ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਨਹੀਂ ਦੇ ਕੇ ਆਏ, ਉਹਨਾਂ ਸਾਰਿਆਂ ਦੀ ਵਿਜੀਲੈਂਸ ਕਮਿਸ਼ਨ ਜਿਹੜਾ ਕਿ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ 'ਚ ਬਣਿਆ ਹੋਇਆ, ਜਿਹਦੀ ਉਹ ਸਹੁੰ ਚੁੱਕ ਚੁੱਕੇ ਨੇ, ਉਹ ਕਹਿੰਦੇ ਜੀ ਇਹ ਸਾਰੇ, ਕਿਉਂਕਿ ਉਹ ਕਾਬਲ ਜੱਜ ਰਹੇ ਨੇ, ਇਹ ਕੇਸ ਉਹਨਾਂ ਨੂੰ ਦਿਓ। ਉਹ ਉਹਨਾਂ ਬਾਕੀ ਲੋਕਾਂ ਦੀ, ਕੁੰਵਰ ਵਿਜੇ ਪ੍ਰਤਾਪ ਤੋਂ ਇਲਾਵਾ ਬਾਕੀ ਲੋਕਾਂ ਦੀ ਭੂਮਿਕਾ ਨੂੰ ਤੈਅ ਕਰਨ ਕਿ ਉਹ ਕਿਹਦੇ ਕਹਿਣ ਤੇ, ਕਿਹਦੇ ਪ੍ਰਭਾਵ 'ਚ ਤੇ ਕਿਉਂ ਇੰਜ ਕਰ ਰਹੇ ਸੀ। ਇਹ ਸਵਾਲ ਛੋਟਾ ਨਹੀਂਗਾ। ਅਕਸਰ ਇਹ ਹੁੰਦਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਧਿਕਾਰੀ ਸਰਕਾਰਾਂ ਨੂੰ ਟਿੱਚ ਜਾਣਦੇ ਹੁੰਦੇ ਆ, ਸਰਕਾਰਾਂ ਉਹਨਾਂ ਲਈ ਆਉਂਦੀਆਂ ਜਾਂਦੀਆਂ ਰਹਿੰਦੀਆਂ, ਉਹਨਾਂ ਖਾਧੀਆਂ ਪੀਤੀਆਂ ਹੁੰਦੀਆਂ। ਪਰ ਮੁਸ਼ਕਲ ਸਿਰਫ ਇਹ ਆ ਕਿ ਇਹ ਮਾਮਲਾ ਲੋਕਾਂ ਦੀ ਆਸਥਾ ਦਾ ਸੀ, ਗੁਰੂ ਦੇ ਸਨਮਾਨ ਦਾ ਸੀ। ਇਹਦੇ ਵਿੱਚ ਜੇ ਕੋਈ ਖੁਨਾਮੀ ਹੋਈ ਆ, ਕਿਸੇ ਵੀ ਪੱਧਰ ਤੇ ਹੋਈ ਆ, ਉਹ ਜਨਤਕ ਕਰਨੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜੇ ਇਤਿਹਾਸ ਵਿੱਚ ਸਥਾਨ ਬਣਾਉਣਾ ਹੈ, ਜੇਕਰ ਉਹਨਾਂ ਨੇ ਚੰਗੇ ਪ੍ਰਸ਼ਾਸਕ ਵਜੋਂ, ਜਿਵੇਂ ਉਹਨਾਂ ਨੇ ਪਾਣੀਆਂ ਦੇ ਮੁੱਦੇ ਦੇ ਉੱਤੇ ਮਤਾ ਲੈਣ ਦਾ ਸੀ ਆਪਣੀ ਹਾਈ ਕਮਾਂਡ ਦੀ ਇੱਛਾ ਦੇ ਖਿਲਾਫ, ਔਰ ਜਿਵੇਂ ਉਹਨਾਂ ਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਅਸਤੀਫਾ ਦਿੱਤਾ ਸੀ ਮੈਂਬਰ ਪਾਰਲੀਮੈਂਟ ਵਜੋਂ, ਜਿਵੇਂ ਉਹਨਾਂ ਨੇ ਕਾਂਗਰਸ ਛੱਡਤੀ ਸੀ, ਇਹ ਸਾਰੇ ਵਰਤਾਰਿਆਂ ਦੇ ਵਿੱਚ ਉਹ ਇੱਕ ਨਾਇਕ ਵਜੋਂ ਉਦੋਂ ਵਿਚਰੇ। ਲੇਕਿਨ ਜੇਕਰ ਉਹ ਇਸ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣ ਦੇ ਵਿੱਚ ਅੜਿੱਕਾ ਬਣ ਜਾਂਦੇ ਆ, ਮੁੱਖ ਮੰਤਰੀ ਹੁੰਦਿਆਂ ਜਾਂਚ ਦੇ ਹੁਕਮ ਨਹੀਂ ਦਿੰਦੇ, ਔਰ ਲੋਕਾਂ ਦੇ ਸਾਹਮਣੇ ਇਹ ਤੱਥ ਨਿੱਤਰ ਕੇ ਨਹੀਂ ਆਉਂਦੇ, ਨਿਖਰ ਕੇ ਨਹੀਂ ਆਉਂਦੇ ਕਿ ਕਿੰਨੇ ਕਿੱਥੇ ਗੁਨਾਹਗਾਰ ਹੋਣ ਦੀ ਭੂਮਿਕਾ ਅਦਾ ਕੀਤੀ, ਤਾਂ ਕੁਦਰਤ ਨਾਲ ਕਿ ਗੁਨਾਹ ਦੀ ਇਸ ਸਾਰੀ ਦੀ ਸਾਰੀ ਜਿਹੜੀ ਵਿਵਸਥਾ ਹੈ, ਕੈਪਟਨ ਅਮਰਿੰਦਰ ਸਿੰਘ ਸਭ ਤੋਂ ਸਿਖਰ ਤੇ ਹੋਣਗੇ ਕਿ ਉਹਨਾਂ ਨੇ, ਜਿਵੇਂ ਬਾਦਲਾਂ ਨੂੰ ਕਿਹਾ ਗਿਆ ਕਿ ਉਹਨਾਂ ਨੇ ਜਦੋਂ ਬੇਅਦਬੀ ਹੋਈ, ਜਿਨ੍ਹਾਂ ਦੋਸ਼ੀਆਂ ਨੇ ਕੀਤੀ, ਉਹਨਾਂ ਨੂੰ ਫੜਿਆ ਨਹੀਂ ਗਿਆ, ਉਸ ਤੋਂ ਬਾਅਦ ਇਨਸਾਫ ਲਈ ਅੱਗੇ ਨਹੀਂ ਵਧੇ, ਉਹ ਅਜੇ ਤੱਕ ਬਰੀ ਨਹੀਂ ਹੋ ਸਕੇ। ਲੋਕਾਂ ਜਨਤਕ ਜੀਵਨ ਚੋਂ 2017 ਦੇ ਵਿੱਚ ਬਹੁਤ ਘੱਟ ਸੀਟਾਂ ਦੇ ਕੇ ਹਾਸ਼ੀਏ ਤੇ ਕੀਤੇ। ਕੈਪਟਨ ਅਮਰਿੰਦਰ ਸਿੰਘ ਲਈ ਵੀ ਉਹ ਇੱਕ ਉਦਾਹਰਨ ਹੋਣਾ ਚਾਹੀਦੀ ਹੈ। ਫੁਲਕਾ ਦਾ ਇਹ ਸਵਾਲ ਅਤਿਮ ਆ ਕਿ ਜੇਕਰ ਤੁਸੀਂ ਲੋਕ ਨੰਗੇ ਨਹੀਂ ਕਰੋਗੇ ਤੇ ਫਿਰ ਦੋਸ਼ੀਆਂ ਦੀ ਕਤਾਰ 'ਚ ਤੁਸੀਂ ਵੀ ਹੋ। ਬਿਲਕੁਲ। ਇਸ ਤੋਂ ਇਲਾਵਾ ਸਰਦਾਰ ਸਾਹਿਬ, ਜੇ ਅਸੀਂ ਕੈਪਟਨ ਸਾਹਿਬ ਦੇ ਹੁਣ ਦੇ ਐਟੀਟਿਊਡ ਨੂੰ ਦੇਖਦੇ ਹਾਂ ਤੇ ਐਨ ਜਦੋਂ ਦਿੱਲੀ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਬਿਲਕੁਲ ਅਜੇ ਮੈਨੂੰ ਸ਼ੱਕ ਹੈ ਕਿਉਂਕਿ ਇਸ ਐਤਵਾਰ ਅੱਜ ਜਿਹੜਾ ਉੱਥੇ ਲੋਕਡਾਊਨ ਹੈ, ਕਰਫਿਊ ਹੈ ਜੀ 2.5 ਦਿਨ ਦਾ, ਸ਼ੁੱਕਰਵਾਰ ਸ਼ਾਮ ਤੋਂ ਸੋਮਵਾਰ ਸਵੇਰ ਤੱਕ। ਜੇ ਅਗਲੇ ਹਫਤੇ 'ਚ ਵੀ ਉਹ ਅੱਗੇ ਕੰਟੀਨਿਊ ਹੁੰਦਾ, ਦੇਖੋ ਜੇ ਅਗਲੇ ਵੀਕਐਂਡ ਤੇ ਵੀ ਕਰਫਿਊ ਹੁੰਦਾ, ਇਲੈਕਸ਼ਨ ਕਿਵੇਂ ਹੋ ਸਕੂਗੀ? ਅਦਾਲਤ, ਮਾਨਯੋਗ ਅਦਾਲਤ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਸਰਕਾਰ ਨੇ ਚੋਣ ਦਾ ਐਲਾਨ ਕੀਤਾ ਹੋਇਆ, ਕਿਉਂਕਿ ਜਦੋਂ ਇਹ ਅਪੀਲ, ਇੱਕ ਰਿਟ ਪਟੀਸ਼ਨ ਗਈ ਸੀ ਹਾਈ ਕੋਰਟ ਦੇ ਵਿੱਚ ਕਿ ਇਸ ਚੋਣ ਨੂੰ ਰੱਦ ਕਰਤਾ ਜਾਵੇ, ਰੋਕ ਦਿੱਤਾ ਜਾਵੇ ਕਿਉਂਕਿ ਕਰੋਨਾ ਆ, ਉਸ ਵੇਲੇ ਮਾਨਯੋਗ ਅਦਾਲਤ ਨੇ ਕਿਹਾ ਸੀ ਕਿ ਇਹ ਫੈਸਲਾ ਸਟੇਟ ਕਰ ਸਕਦੀ ਹੈ ਹੁਣ, ਕਿਉਂਕਿ ਨੋਟੀਫਿਕੇਸ਼ਨ ਸਟੇਟ ਨੇ ਜਾਰੀ ਕੀਤਾ ਜੀ। ਔਰ ਅਗਰ ਐਸੇ ਹਾਲਾਤ ਬਣਦੇ ਵੀ ਇਹਨੇ ਕੋਈ, ਤੇ ਸਟੇਟ ਦੇ ਲਈ 1 ਦਿਨ ਜਾਂ 2 ਦਿਨ ਜਿਹੜਾ ਕਰਫਿਊ ਨੂੰ ਰਿਲੈਕਸੇਸ਼ਨ ਦੇਣੀ ਹੈ ਉਹਦੇ ਹੱਥ 'ਚ ਨਹੀਂ। ਪਰ ਸਰਦਾਰ ਜੀ, ਇੱਕ ਪਹਿਲੂ ਆ, ਜਦੋਂ ਬੇਅੰਤ ਸਿੰਘ ਦੀ ਸਰਕਾਰ ਪੰਜਾਬ 'ਚ ਬਣਦੀ ਆ, ਉਦੋਂ ਕਹਿੰਦੇ ਸੀ 12-14% ਵੋਟ ਪੋਲ ਹੋਈ ਸੀ, 5% ਵਾਰਾ ਮੁੱਖ ਮੰਤਰੀ ਮੰਨਿਆ ਗਿਆ ਸੀ। ਚਲੋ ਹਾਂ, 12% ਕਹਿੰਦੇ ਵੋਟ ਪੋਲ ਹੋਈ ਸੀ, ਇਹਨਾਂ ਨੂੰ 5 ਮਿਲੀ ਕਿ 7 ਮਿਲੀ, ਅੰਕੜੇ ਮੈਂ ਤਸਦੀਕ ਨਹੀਂ ਕਰ ਸਕਦਾ, ਤੁਹਾਡੇ ਤੁਸੀਂ ਵੀ ਦੇਖੇ ਨਹੀਂ ਹੋਣੇ, ਪੁਰਾਣੀ ਗੱਲ। ਜੇਕਰ ਦਿੱਲੀ ਚੋਣ ਦੇ ਵਿੱਚ 20-25% ਪ੍ਰਤੀਸ਼ਤਤਾ ਰਹਿੰਦੀ ਹੈ, ਮੰਨ ਲਓ ਵੋਟ ਪੋਲ ਹੋਣ ਦੀ, ਤੇ ਉਹਨੂੰ ਫਿਰ ਆਖਰੀ ਨਹੀਂ ਮੰਨਿਆ ਜਾ ਸਕਦਾ ਕਿ ਇਹ ਲੋਕਾਂ ਦਾ ਰਾਏ ਆ। ਇਹਨੂੰ ਤੁਸੀਂ ਜੇ ਕਰੋਨਾ ਦੇ ਡਰ ਤੋਂ, ਕਿਉਂਕਿ ਦਿੱਲੀ 'ਚ ਇੰਨਾ ਡਰ ਪੈਦਾ ਹੋ ਗਿਆ ਕਿ ਅੱਜ ਸਵੇਰੇ ਕੇਜਰੀਵਾਲ ਨੇ ਹੋਮ ਮਿਨਿਸਟਰੀ ਨਾਲ ਗੱਲ ਕੀਤੀ ਹੈ ਕਿ ਸਾਡੇ ਕੋਲ ਸਿਰਫ 100 ਬੈੱਡ ਬਚੇ ਆ ਜਿਹੜੇ ICU ਵਾਲੇ ਆ, ਤੇ ਸਾਨੂੰ ਤੁਸੀਂ ਤੁਰੰਤ ਸਹਾਇਤਾ ਦਿਓ ਹੰਗਾਮੀ ਹਾਲਾਤ 'ਚ। ਪਰ ਗੱਲ ਹੁਣ ਇਹ ਨਹੀਂ ਸਰਦਾਰ ਜੀ, ਮੰਨ ਲਓ ਕਿ ਜੇਕਰ ਅਗਲੇ ਹਫਤੇ 'ਚ ਵੀ ਹਾਲਾਤ ਇਹੀ ਰਹਿੰਦੇ, ਲੋਕ ਡਰਦੇ ਮਾਰੇ ਕਰੋਨਾ ਤੋਂ, ਕਿਉਂਕਿ ਕਰੋਨਾ ਖਤਰਨਾਕ ਸਥਿਤੀ 'ਚ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ, ਬਹੁਤ ਸਾਰੇ ਲੋਕ ਹਫ਼ਤਿਆਂ ਤੱਕ ਤੜਪਦੇ ਆ। ਮੈਂ ਇਹ ਕਹਿ ਰਿਹਾ ਕਿ ਜੇਕਰ ਅਗਲੇ ਹਫਤੇ ਵੀ ਲੋਕਾਂ ਦੇ ਅੰਦਰ ਡਰ ਰਹਿੰਦਾ, 25 ਨੂੰ VOTING ਹੁੰਦੀ ਹੈ, VOTING 20% ਰਹਿੰਦੀ ਹੈ, ਜਿਵੇਂ ਰਿਪੋਰਟਾਂ ਨੇ 25 ਤੱਕ ਰਹਿੰਦੀ ਹੈ, 15 ਤੱਕ ਰਹਿੰਦੀ ਹੈ,
ਉਸ ਸਥਿਤੀ ਦੇ ਵਿੱਚ ਚੁਣੇ ਜਾਣ ਵਾਲੇ ਮੈਂਬਰ ਤੇ ਪ੍ਰਧਾਨ ਜਾਂ ਜਿਹੜੇ ਕੈਂਡੀਡੇਟ ਸਾਰੇ ਨੇ ਉਹਨਾਂ ਨਾਲ ਨਾਇਨਸਾਫੀ ਹੋਊਗੀ ਕਿ ਕਿੰਨੀ ਵੋਟ ਭੁਗਤੀ, ਕਿੰਨੀ ਵੋਟ ਕੋਈ ਭੁਗਤਾ ਗਿਆ, ਜਿਹੜਾ ਵੋਟ ਭੁਗਤਾ ਗਿਆ ਉਹ ਬਣ ਜਾਊਗਾ। ਇਸ ਕਰਕੇ ਮੈਨੂੰ ਲੱਗਦਾ ਕਿ ਜੇਕਰ ਸਥਿਤੀ ਇਹ ਰਹਿੰਦੀ ਹੈ ਤਾਂ ਇਹ ਚੋਣ ਮਹੀਨੇ ਕੋਲ ਹੀ ਟਾਲਣੀ ਚਾਹੀਦੀ। ਇੱਕ ਵੱਖਰਾ ਵਿਸ਼ੂ ਸੀ ਜਿਹੜਾ ਅਸੀਂ ਲੈ ਲਿਆ ਕਿ ਇਹ ਫਿਰ ਗੱਲ ਉੱਥੇ ਆਏ ਦੀ ਸਰਕਾਰਾਂ ਦੀ ਨੀਤੀ ਤੇ ਨੀਅਤ ਦੇ ਉੱਤੇ ਜੀ। ਕਰੋਨਾ ਕੋਈ ਅੱਜ ਦਾ ਨਹੀਂ, ਕਰੋਨਾ ਪਿਛਲੇ 1.5-2 ਮਹੀਨੇ ਤੋਂ ਆਪਣੇ ਕਦਮ ਗਾਂਹ ਵਧਾ ਰਿਹਾ। ਪੱਛਮੀ ਬੰਗਾਲ 'ਚ ਚੋਣਾਂ ਹੋਈਆਂ, ਕਿੰਨੇ ਸੂਬੇ ਨੇ ਜਿੱਥੇ ਤੁਹਾਡੇ ਸਾਹਮਣੇ ਚੋਣਾਂ ਹੋਈਆਂ ਨੇ ਜੀ। ਕਿਹੜਾ ਤਿਉਹਾਰ ਆ ਜਿਹੜਾ ਤੁਸੀਂ ਛੱਡਿਆ ਜੀ? ਹਰ ਜਗ੍ਹਾ ਤੇ ਸੰਗਤੀ ਲੋਕਾਂ ਦੇ ਇਕੱਠ ਹੋਏ ਨੇ ਜੀ। ਆਖਰਕਾਰ ਇਹ ਕਰੋਨਾ ਕਿਤੇ ਨਾ ਕਿਤੇ ਜੇ ਹੋਇਆ ਤੇ ਫਿਰ ਉਹ ਇਕੱਠ ਜਿਹੜੇ ਆ ਉਹ ਵੀ ਤੇ ਵਿੱਚ ਗਿਣੇ ਜਾਣੇ ਚਾਹੀਦੇ ਨੇ ਨਾ। ਬਿਲਕੁਲ ਗਿਣੇ ਜਾਣੇ ਚਾਹੀਦੇ ਆ। ਲੇਕਿਨ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਕੋਲ ਕਈ ਮਾਪਦੰਡ ਨੇ ਜੀ। ਕਈ ਵਾਰੀ ਵਾਰਾ ਖਾਂਦੀ ਆ, ਕੋਈ ਵਾਰੀ ਨਹੀਂ ਖਾਂਦੀ ਜੀ। ਲੇਕਿਨ ਹੁਣ ਦੂਸਰਾ ਸਵਾਲ ਇਹ ਹੈ ਕਿ ਮੰਨ ਲਓ ਤੇ ਦਿੱਲੀ ਦੇ ਵਿੱਚ ਕਰੋਨਾ ਦਾ ਪ੍ਰਕੋਪ ਵੱਧ ਜਾਂਦਾ ਤੇ ਇਹ ਚੋਣ ਜਿਹੜੀ ਆ ਕੋਈ ਜ਼ਰੂਰੀ ਨਹੀਂ, ਇਹ ਪੋਲਿੰਗ ਦਾ ਜਿਹੜਾ 1 ਹਫ਼ਤੇ ਦਾ ਸਮਾਂ ਆ ਕਿਤੇ ਅਗਾਂਹ ਪੋਸਟਪੋਨ ਕੀਤਾ ਜਾ ਸਕਦਾ। ਮੇਰਾ ਸਾਫ਼ ਜਿਹਾ ਮੰਨਣਾ ਸੀ ਕਿ ਜੇਕਰ ਵੋਟ ਪ੍ਰਤੀਸ਼ਤਤਾ ਪੋਲ ਹੋਣ ਦੇ ਮਾਮਲੇ 'ਚ ਘਟਦੀ ਦਿਸਦੀ ਹੈ, ਇਹਦਾ ਫੈਸਲਾ ਵੀ ਕੇਜਰੀਵਾਲ ਸਰਕਾਰ ਨਹੀਂ ਕਰਦੀ। ਕੇਜਰੀਵਾਲ ਸਰਕਾਰ ਨੇ ਕਰਨਾ, ਕੇਜਰੀਵਾਲ ਸਰਕਾਰ ਔਰ ਇਹ ਕਰਨਾ ਚਾਹੀਦਾ। ਦੇਖੋ ਜੇਕਰ ਤੁਸੀਂ ਸੰਡੇ ਨੂੰ ਕਰਫਿਊ ਰੱਖਣਾ ਜਾਂ ਤੁਹਾਡੇ ਜਿਹੜੇ ਹਰ ਦਿਨ ਦੇ ਆਧਾਰ ਤੇ ਕੇਸ ਵੱਧ ਰਹੇ ਆ ਤਾਂ ਤੁਹਾਨੂੰ 1 ਮਹੀਨੇ ਜਾਂ 2 ਮਹੀਨੇ ਲਈ ਆਪਣੇ ਸੂਬੇ ਦੀ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਤੁਸੀਂ ਬਕਾਇਦਾ ਜਵਾਬਦੇਹੀ ਤੁਹਾਡੀ ਆ, ਤੁਸੀਂ ਜ਼ਿੰਮੇਵਾਰ ਹੋ। ਔਰ ਦੂਜੇ ਬੰਨੇ ਇਲੈਕਸ਼ਨ ਪ੍ਰੋਸੈਸ ਦੀ ਨਿਰਪੱਖਤਾ ਤੇ ਸਾਰਥਿਕਤਾ ਉਹਦੇ ਨਜ਼ਰੀਓਂ ਵੀ ਕਰਨਾ ਚਾਹੀਦਾ। ਲੇਕਿਨ ਜਿਹੜਾ ਵੱਡਾ ਸਵਾਲ ਸੀ ਕਿ ਚਲੋ ਇਹ ਸਰਕਾਰਾਂ ਦਾ ਫੈਸਲਾ, ਲੇਕਿਨ ਇਲੈਕਸ਼ਨ ਹੋ ਰਹੀ ਹੈ, ਉਸ ਇਲੈਕਸ਼ਨ ਨੂੰ ਦੇਖ ਕੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਕਿ ਨੈਚੁਰਲ ਰੂਪ ਚ ਵੀ ਨਵੰਬਰ ਚ ਡਿਊ ਆ, ਜੇਕਰ ਸਾਰਿਆਂ ਦੇ ਪੱਖ ਸੁਣ ਲਏ ਜਾਣ, ਜਿਹੜੇ ਹੁਣ ਹਾਕਮ ਲੋਕ ਨੇ ਜਿਹੜੇ ਅੱਜ ਉੱਥੇ ਕਾਬਜ ਨੇ, ਜੇ ਉਹਨਾਂ ਦਾ ਪੱਖ ਵੀ ਸੁਣ ਲਿਆ ਜਾਏ ਕਿ ਸਾਡੀ ਜਿਹੜੀ ਟਰਮ ਆ ਪੂਰੀ ਹੋਣੀ ਚਾਹੀਦੀ ਹੈ ਤੇ ਨਵੰਬਰ ਚ ਉਹ ਵੀ ਖਤਮ ਹੋ ਰਹੀ। ਦੇਖੋ ਤੇ ਉਸ ਤੋਂ ਬਾਅਦ ਇਲੈਕਸ਼ਨ ਪੰਜਾਬ ਦੇ ਸਿੱਖ ਜਿਹੜੇ ਆ ਉਹਨਾਂ ਦਾ ਹੱਕ ਹੈ, ਬਿਲਕੁਲ, ਜਿਹੜੇ 3 ਸੂਬਿਆਂ ਦੇ ਵਿੱਚ ਵੋਟ ਪੋਲ ਕਰਦੇ ਆ, ਜਿਹੜੇ ਵੋਟ ਪਾਉਂਦੇ। ਸੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਤੋਂ ਬਾਅਦ ਜਸਟਿਸ SS ਸਾਰੋਂ ਦੀ ਨਿਯੁਕਤੀ ਹੋਣ ਤੇ ਨਾ ਸਟਾਫ ਔਰ ਨਾ ਉਹਨਾਂ ਨੂੰ ਦਫ਼ਤਰ ਮੁਹੱਈਆ ਕਰਾਇਆ ਗਿਆ। ਪ੍ਰਸ਼ਾਂਤ ਕਿਸ਼ੋਰ ਉਹਨਾਂ ਦੇ ਚੀਫ ਐਡਵਾਈਜ਼ਰ ਬਣਦੇ ਆ, ਬਿਲਕੁਲ ਉਹਨਾਂ ਨੂੰ ਮੌਕੇ ਸਿਰ ਸਭ ਕੁਝ ਦੇ ਨਾਲ ਹੀ ਕੋਠੀ ਵੀ ਮਿਲ ਗਈ, ਸਟਾਫ ਵੀ ਮਿਲ ਗਿਆ। ਫਿਰ ਸ਼ੱਕ ਕਰਨਗੇ ਲੋਕ, ਕਹਿਣਗੇ ਨਾ ਕੈਪਟਨ ਸਾਹਿਬ, ਕਹਿਣਗੇ ਤੇ ਸਹੀ ਕਿ ਤੁਸੀਂ ਗੁਰਦੁਆਰਾ ਚੋਣਾਂ ਨੂੰ ਲੈ ਕੇ ਸੰਜੀਦਾ ਨਹੀਂ। ਔਰ ਦੂਸਰੀ ਗੱਲ, ਗੁਰਦੁਆਰਾ ਚੋਣਾਂ ਨੂੰ ਲੈ ਕੇ ਜੇ ਤੁਸੀਂ ਸੰਜੀਦਾ ਨਹੀਂ ਤੇ ਫਾਇਦਾ ਕਿਹਨੂੰ ਹੋ ਰਿਹਾ, ਕਿਹਨੂੰ ਫਾਇਦਾ ਕਰ ਰਹੇ ਹੋ? ਔਰ ਦੂਸਰੀ ਗੱਲ, ਇਹ ਪਹਿਲੀ ਵਾਰੀ ਵੀ ਜਸਟਿਸ ਸਾਰੋਂ ਤੋਂ ਪਹਿਲਾਂ ਵੀ ਇੱਕ ਵਾਰ ਜਸਟਿਸ ਦੀ ਅਪਾਇੰਟਮੈਂਟ ਹੋਈ ਸੀ, ਉਦੋਂ ਵੀ ਇਹੋ ਹੀ ਹਾਲਾਤ ਬਣੇ ਸਨ। ਮਿਨਿਸਟਰੀ ਆਫ ਹੋਮ ਅਫੇਅਰਸ ਨੇ ਬਕਾਇਦਾ ਸਾਬਕਾ ਜਸਟਿਸ ਦੀ ਨਿਯੁਕਤੀ ਕਰ ਦਿੱਤੀ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਵਜੋਂ, ਲੇਕਿਨ ਉਹਨਾਂ ਨੂੰ ਉਸ ਵੇਲੇ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਜੀ। ਬਾਅਦ ਦੇ ਵਿੱਚ ਚੋਣਾਂ ਆ ਗਈਆਂ, ਚੋਣਾਂ ਤੋਂ ਬਾਅਦ ਇੱਕ ਸੂਬੇ ਦੀ ਚੋਣ, ਦੂਜੇ ਦੀ, ਕਦੀ ਉਹ ਕਦੀ ਉਹ। ਹੁਣ ਫਿਰ ਜਦੋਂ ਇਹਨਾਂ ਜਸਟਿਸ ਸਾਰੋਂ ਦੀ ਨਿਯੁਕਤੀ ਹੋਈ ਆ ਤੇ ਫਿਰ ਵਰਤਾਰਾ ਜਿਹੜਾ ਕੁਛ ਉਸੇ ਤਰ੍ਹਾਂ ਦਾ ਨਜ਼ਰ ਆ ਰਿਹਾ। ਬਿਲਕੁਲ। ਲੇਕਿਨ ਸਵਾਲ ਫਿਰ ਉੱਥੇ ਹੀ ਆ ਕਿ ਜਿਹੜਾ ਦੋਸ਼ ਅਸੀਂ ਸ਼ੁਰੂਆਤ ਤੁਸੀਂ ਕੀਤੀ ਸੀ ਨਵਜੋਤ ਸਿੰਘ ਸਿੱਧੂ ਆ, ਨਵਜੋਤ ਸਿੰਘ ਸਿੱਧੂ ਨੇ ਪਹਿਲੇ ਹੀ ਦਿਨ, ਅਜੇ ਸਰਕਾਰ ਬਣਨ ਦੇ ਵਿੱਚ ਕੁਝ ਸਮਾਂ ਸੀ ਜਦੋਂ ਬਠਿੰਡੇ ਦੀ ਜ਼ਮੀਨ ਤੋਂ ਕਹਿਤਾ ਸੀ ਕਿ ਜਿੰਨੇ ਲੋਕ ਨੇ ਰਲੇ ਹੋਏ ਨੇ। ਨਹੀਂ, ਫਿਰ ਤੁਸੀਂ ਥੋੜਾ ਜਿਹਾ ਰੀਫਰੈਸ਼ ਕਰਿਓ ਚੇਤਿਆਂ 'ਚ। ਇਹ ਆਪਣਾ ਰਾਜਾ ਵੜਿੰਗ ਦੀ ਚੋਣ ਸੀ ਪਾਰਲੀਮੈਂਟ ਦੀ। ਸਿੱਧੂ ਸਾਹਿਬ ਮੰਤਰੀ ਸੀ, ਮੰਤਰੀ ਹੁੰਦਿਆਂ ਉਹਨਾਂ ਕਿਹਾ ਸੀ ਕਿ ਸਭ ਰਲੇ ਹੋਏ ਆ, ਜਿਹੜੇ ਰਲੇ ਆ ਇਹਨਾਂ ਨੂੰ ਸਬਕ ਸਿਖਾ ਦਿਓ, ਤੇ ਸਬਕ ਜਿਹੜਾ ਵਾ ਉਹ ਰਾਜਾ ਵੜਿੰਗ ਨੂੰ ਮਿਲ ਗਿਆ ਤੇ ਕੈਪਟਨ ਸਾਹਿਬ ਨੇ ਇੱਕ ਸਿੱਧੂ ਦਾ ਮਹਿਕਮਾ ਬਦਲਤਾ। ਸੋ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜੇ ਚੋਣ ਨਹੀਂ ਹੋ ਰਹੀ ਤੇ ਕੱਲ ਨੂੰ ਲੋਕ ਫਿਰ ਨਾ ਕਹਿਣ ਆਖਰ ਫਾਇਦਾ ਕਿਹਨੂੰ ਪਹੁੰਚਾ ਰਹੇ। ਜਿਹੜੀ ਧਿਰ ਇਸ ਲਈ ਸ਼੍ਰੋਮਣੀ ਕਮੇਟੀ ਦੇ ਕਾਬਜ ਹੈ, ਫਾਇਦਾ ਤੇ ਫਿਰ ਉਹਨੂੰ ਹੀ ਆ, ਲਾਹਾ ਤੇ ਉਹਨੂੰ ਹੀ ਆ। ਜਦੋਂ ਕੋਈ ਹੋਰ ਲੜਨਾ ਚਾਹੁੰਦਾ ਹੈ ਚੋਣ, ਤੁਸੀਂ ਮੌਕਾ ਹੀ ਨਹੀਂ ਦੇਣ ਦੇ ਕਿਸੇ ਨੂੰ, ਪ੍ਰਬੰਧ ਹੀ ਨਹੀਂ ਕਰਕੇ ਦੇ ਰਹੇ, ਫਿਰ ਤੁਸੀਂ ਪ੍ਰਬੰਧ ਹੀ ਨਹੀਂ ਕਰਕੇ ਦੇ ਰਹੇ। ਮੈਂ ਸਰਦਾਰ ਸਾਹਿਬ ਤੁਹਾਡੇ ਵੱਲ ਪਰਤਦਾ ਹਾਂ, ਲੇਕਿਨ ਇਹ ਸੱਚ ਹੈ ਕਿ ਜਸਟਿਸ ਸਾਰੋਂ ਮਹੀਨਿਆਂ ਤੋਂ ਉਡੀਕ 'ਚ ਨੇ ਕਿ ਉਹਨਾਂ ਨੂੰ ਬੈਠਣ ਦੀ ਜਗ੍ਹਾ ਮਿਲੇ ਜੀ, ਉਹਨਾਂ ਨੂੰ ਉਹਨਾਂ ਦਾ ਸਟਾਫ ਮਿਲੇ ਤਾਂ ਕਿ ਉਹ ਆਪਣਾ ਕੰਮ ਕਰ ਸਕਣ। ਉਹਨਾਂ ਨੇ ਆਪਣਾ ਕੰਮ ਸ਼ੁਰੂ ਨਹੀਂ ਕੀਤਾ। ਜੇ ਉਹਨਾਂ ਨੇ ਕੰਮ ਨਹੀਂ ਸ਼ੁਰੂ ਕੀਤਾ ਤਾਂ ਜ਼ਿੰਮੇਵਾਰੀ ਸਟੇਟ ਗਵਰਨਮੈਂਟ ਦੀ ਹੈ ਜਿਹਨੇ ਇਹ ਚੀਜ਼ਾਂ ਮੁਹੱਈਆ ਕਰਾਉਣੀਆਂ। ਦੂਜੇ ਬੰਨੇ ਮੰਨ ਲਓ ਸਟੇਟ
ਨਾਬਰ ਹੋ ਜਾਂਦੀ ਕਿ ਅਸੀਂ ਨਹੀਂ ਕਰਾਉਂਦੇ। ਫਿਰ ਗ੍ਰਹਿ ਮੰਤਰਾਲਾ ਜਿਹੜਾ ਕਿ ਨਿਯੁਕਤੀ ਕਰਦਾ, ਜਿਹੜਾ ਨੋਟੀਫਿਕੇਸ਼ਨ ਕਰਦਾ, ਉਹਦੀ ਡਿਊਟੀ ਆ ਕਿ ਚੰਡੀਗੜ੍ਹ 'ਚ ਉਹਦੇ ਕੋਲ ਕਿੰਨੀ ਜਗ੍ਹਾ ਹੈ ਉਹ ਦੇ ਦੇਣ ਜੀ। ਉਹਨਾਂ ਨੂੰ ਵੀ, ਕਿਉਂਕਿ ਉਹਨਾਂ 3 ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣੀ ਆ। ਪੰਜਾਬ ਵੱਡਾ ਹੋਣ ਦੀ ਹੈਸੀਅਤ 'ਚ ਪੰਜਾਬ ਆਪਣੀ ਜ਼ਿੰਮੇਵਾਰੀ ਪੰਜਾਬ, ਨਿਭਾਉਂਦਾ। ਹਿਮਾਚਲ, ਹਰਿਆਣਾ ਤੇ ਇੱਕ ਸੀਟ ਜਿਹੜੀ ਆ ਉਹ ਚੰਡੀਗੜ੍ਹ ਦੀ ਯੂਨੀਅਨ ਟੈਰੀਟਰੀ ਦੀ ਹੈ। ਸੋ ਜੇਕਰ ਪੰਜਾਬ ਗਵਰਨਮੈਂਟ ਨਹੀਂ ਕਰ ਰਹੀ ਤੇ ਗ੍ਰਹਿ ਮੰਤਰਾਲੇ ਨੂੰ ਕਰਨਾ ਚਾਹੀਦਾ ਜੀ ਕਿ ਚੰਡੀਗੜ੍ਹ ਦੇ ਵਿੱਚ ਉਹ ਕੋਈ ਜਗ੍ਹਾ, ਉਹਨਾਂ ਕੋਲ ਬੜੀਆਂ ਕੋਠੀਆਂ, ਅਫਸਰਾਂ ਦੀਆਂ ਕੋਠੀਆਂ ਖਾਲੀ ਹੁੰਦੀਆਂ, ਕਿਸੇ ਪੰਜਾਬ ਗਵਰਨਮੈਂਟ ਕਿਸੇ ਮੰਤਰੀ ਦੀ ਕੋਠੀ ਦੇ ਸਕਦੀ ਹੈ। ਬੜੀਆਂ ਐਸੀਆਂ ਕੋਠੀਆਂ ਖਾਲੀ ਪਈਆਂ, ਸਿੱਧੂ ਸਾਹਿਬ ਵਾਲੀ ਕੋਠੀ ਵੀ ਉਦੋਂ ਖਾਲੀ ਹੋ ਗਈ, ਰਾਣਾ ਗੁਰਜੀਤ ਤਾਂ ਪਤਾ ਨਹੀਂ ਮੰਨ ਲਈਆਂ ਹੋਣੀਆਂ ਕਿਹੜਾ ਰਹਿਣ ਦਿੰਦੇ ਆ, ਪਰ ਫਿਰ ਵੀ ਇਹ ਕੈਪਟਨ ਸਾਹਿਬ ਲਈ ਇੱਕ ਸੰਕਟ ਹੈ। ਮਤੇ ਇੰਜ ਨਾ ਹੋਵੇ ਕਿ ਕਿਸੇ ਦਿਨ ਚੁੱਪ ਚਪੀਤੇ ਜਸਟਿਸ ਸਾਰੋਂ ਕੰਮ ਸ਼ੁਰੂ ਕੀਤੇ ਬਿਨਾਂ ਹੀ ਕੰਮ ਛੱਡ ਜਾਣ। ਇਹ ਸੰਭਾਵਨਾ ਬਣੀ ਹੋਈ ਆ ਕਿ ਜੇਕਰ ਤੁਸੀਂ ਇੱਕ ਕਾਫੀ ਸੰਜੀਦਾ ਤੇ ਇਮਾਨਦਾਰ ਰਹੇ ਜੱਜ ਨੂੰ ਸਮੇਂ ਸਿਰ ਉਹਦੇ ਹਾਣ ਦਾ ਐਟਮੋਸਫੀਅਰ ਨਹੀਂ ਦਿੰਦੇ, ਵਾਤਾਵਰਨ ਨਹੀਂ ਦਿੰਦੇ, ਤੇ ਜ਼ਰੂਰੀ ਨਹੀਂ ਕਿ ਉਹ ਚਿੰਬੜਿਆ ਰਵੇ ਕਿਸੇ ਨੋਟੀਫਿਕੇਸ਼ਨ ਦੇ ਨਾਲ। ਕੰਮ ਉਹਨਾਂ ਸ਼ੁਰੂ ਨਹੀਂ ਕੀਤਾ, ਦਫ਼ਤਰ ਉਹਨਾਂ ਕੋ ਹੈ ਨਹੀਂ, ਸਟਾਫ ਉਹਨਾਂ ਕੋ ਹੈ ਨਹੀਂ, ਇੱਕ ਚਿੱਠੀ ਭੇਜਣੀ ਆ ਆਖਰ ਉਹ ਮੁੱਖ ਮੰਤਰੀ ਨੂੰ ਜਾਂ ਗ੍ਰਹਿ ਮੰਤਰਾਲੇ ਨੂੰ ਕਿ ਮੈਂ ਕਿਉਂਕਿ ਆਪਣਾ ਕੰਮ ਤਾਂ ਕਰ ਨਹੀਂ ਰਿਹਾ, ਕੰਮ ਕਰਨ ਦੀ ਸਥਿਤੀ 'ਚ ਵੀ ਨਹੀਂ ਆ, ਸੋ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪੀ ਜਾਵੇ। ਇਸ ਤੋਂ ਪਹਿਲਾਂ ਕਿ ਇਸ ਹੱਦ ਤੱਕ ਗੱਲ ਚਲੇ ਜਾਵੇ ਔਰ ਕੈਪਟਨ ਅਮਰਿੰਦਰ ਸਿੰਘ ਫਿਰ ਇੱਕ ਵਾਰੀ ਫਸ ਜਾਣ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਜਾਣ ਬੁੱਝ ਕੇ ਕਰਵਾਉਣ ਦੇ ਵਿੱਚ ਦਿਲਚਸਪੀ ਨਹੀਂ ਦਿਖਾਈ ਤੇ ਫਿਰ ਪੰਥਕ ਏਜੰਡੇ ਦੇ ਨਜ਼ਰੀਓਂ ਕੈਪਟਨ ਸਾਹਿਬ ਹਾਸ਼ੀਏ ਤੇ ਜਾਣ, ਇਹ ਕੰਮ ਵਿਰੋਧੀਆਂ ਨੂੰ ਜਿਨ੍ਹਾਂ ਨੇ ਚੋਣ ਨਹੀਂ ਲੜਨੀ ਹੁੰਦੀ ਉਹਨਾਂ ਨੂੰ ਮੌਕਾ ਮਿਲ ਜੇ ਕਿ ਵਾਕਈ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਾਂਗਰਸੀ ਦੇ ਕਾਲੀ ਰਲੇ ਹੋਏ ਨੇ। ਇਹ ਇਹਨਾਂ ਤੇ ਆ ਕਿਵੇਂ ਲੈਂਦੇ। ਬਹੁਤ ਮਿਹਰਬਾਨੀ।